ਮੈਨੂੰ ਅਕਸਰ ਹੀ ਭਾਰਤ ਦਾ ਮਨੂਵਾਦੀ ਮੀਡੀਆ ਅਤੇ ਦੂਸਰੀਆਂ ਮਨੂਵਾਦੀ ਰਾਜਨੀਤਿਕ ਪਾਰਟੀਆਂ ਇਹ ਸਵਾਲ ਕਰਦੀਆਂ ਹਨ ਕਿ ਬਾਬੂ ਜੀ, ਤੁਹਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਕੀ ਹੈ ਅਤੇ ਜਾਂ ਤੁਹਾਡਾ ਚੋਣ ਮੈਨੀਫੈਸਟੋ ਹੋਵੇਗਾ ਕੀ। ਅਤੇ ਮੈਂ ਅੱਜ ਪੂਰੇ ਭਾਰਤ ਦੇ ਮਨੂਵਾਦੀ ਮੀਡੀਆ ਅਤੇ ਪੂਰੇ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰਾ ਚੋਣ ਮੈਨੀਫੈਸਟੋ ਜੁਗੋ ਜੁਗੋ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਪ 'ਤੇ ਆਧਾਰਿਤ ਹੋਵੇਗਾ, ਜੋ ਮਾਨਵਤਾ ਦਾ ਉਪਦੇਸ਼ ਦਿੰਦਾ ਹੈ, ਜੋ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਮੈਂ ਇਸ ਮਾਨਵਤਾ ਦੇ ਉਪਦੇਸ਼ ਨੂੰ, ਮੈਂ ਇਸ ਭਾਈਚਾਰੇ ਦੇ ਉਪਦੇਸ਼ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨਾ ਚਾਹੁੰਦਾ ਹਾਂ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਹੀ ਸਾਡੀ ਸੋਚ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਸਿਸਟਮ ਨੂੰ ਲਲਕਾਰਦੀ ਹੈ ਔਰ ਸਿਸਟਮ ਦੇ ਖਿਲਾਫ ਖੜ੍ਹਦੀ ਹੈ ਅਤੇ ਗਏ ਗੁਜ਼ਰੇ ਲੋਕਾਂ ਨੂੰ, ਪੀੜਤ ਲੋਕਾਂ ਨੂੰ ਅਨਿਆਂ ਦੇ ਖਿਲਾਫ ਨਿਡਰ ਹੋ ਕੇ ਖੜ੍ਹਨ ਲਈ ਪ੍ਰੇਰਿਤ ਕਰਦੀ ਹੈ। ਇਹਨਾਂ ਇਤਿਹਾਸਕ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1988 ਨੂੰ ਲੁਧਿਆਣੇ ਦੀ ਦਾਣਾ ਮੰਡੀ ਵਿਖੇ ਸਿੱਖਾਂ ਦੇ ਹਿੱਤ ਬਸਪਾ ਨਾਲ ਸੁਰੱਖਿਅਤ ਦੇ ਬੈਨਰ ਹੇਠ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਕੀਤੇ ਸਨ ਔਰ ਇਸ ਸੰਮੇਲਨ ਵਿੱਚ ਸਾਹਿਬ ਦੇ ਆਮੰਤਰਣ 'ਤੇ ਸ਼ਹੀਦ ਬੇਅੰਤ ਸਿੰਘ ਦੀ ਵਿਧਵਾ ਬਿਮਲ ਕੌਰ ਖਾਲਸਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ। ਔਰ ਦੱਸ ਦਈਏ ਕਿ ਜਨਰਲ ਜਗਜੀਤ ਸਿੰਘ ਅਰੋੜਾ ਜੋ ਸਿੱਖ ਕਮਿਊਨਿਟੀ 'ਚੋਂ ਸਨ, ਉਹਨਾਂ ਨੂੰ ਵੀ ਸਾਹਿਬ ਸਮੇਂ-ਸਮੇਂ 'ਤੇ ਆਪਣੇ ਪ੍ਰੋਗਰਾਮਾਂ ਵਿੱਚ ਮੰਚਾਂ 'ਤੇ ਵਿਸ਼ੇਸ਼ ਤੌਰ 'ਤੇ ਬੁਲਾਉਂਦੇ ਰਹੇ ਸਨ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1996 ਨੂੰ ਸੰਸਦ ਵਿੱਚ ਵੀ ਜ਼ਿਕਰ ਕੀਤਾ ਸੀ, ਜਦੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਬਣ ਕੇ ਸੰਸਦ ਵਿੱਚ ਪਹੁੰਚੇ। ਔਰ ਇੱਥੇ ਵੀ ਗੌਰ ਤਲਬ ਹੈ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਅਕਸਰ ਆਪਣੀਆਂ ਲਿਖਤਾਂ ਵਿੱਚ, ਆਪਣੇ ਭਾਸ਼ਣਾਂ ਵਿੱਚ, ਆਪਣੇ ਕੇਡਰਾਂ ਵਿੱਚ ਜੁਗੋ ਜੁਗੋ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਾਹੇ ਬਗਾਹੇ ਜ਼ਿਕਰ ਕਰਦੇ ਹੀ ਰਹਿੰਦੇ ਸਨ, ਕਿਉਂਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਖੁਦ ਆਖਿਆ ਕਰਦੇ ਸਨ ਕਿ ਮੇਰੇ 'ਤੇ ਸਿੱਖੀ ਦਾ ਬਹੁਤ ਪ੍ਰਭਾਵ ਹੈ, ਕਿਉਂਕਿ ਮੈਂ ਖਾਲਸੇ ਦੀ ਧਰਤੀ 'ਤੇ ਪੈਦਾ ਹੋਇਆ। ਔਰ ਅਸੀਂ ਆਪਣੇ ਪਾਠਕਾਂ ਨੂੰ ਦੱਸ ਦਈਏ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਨਮ ਕੀਰਤਪੁਰ ਤੋਂ ਮਹਿਜ਼ 4-5 ਕਿਲੋਮੀਟਰ ਦੂਰ ਪਿਰਥੀਪੁਰ ਬੁੰਗਾ, ਜਿੱਥੇ ਉਹਨਾਂ ਦਾ ਨਾਨਕਾ ਪਿੰਡ ਸੀ, ਉੱਥੇ ਹੋਇਆ ਸੀ। ਔਰ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਆਪਣੇ ਪਿੰਡ ਨਾਲੋਂ ਜ਼ਿਆਦਾਤਰ ਆਪਣੇ ਨਾਨਕੇ ਹੀ ਰਹਿੰਦੇ ਸਨ ਔਰ ਆਪਣੇ ਨਾਨਕਿਆਂ ਨੂੰ ਬਹੁਤ ਮਿਸ ਕਰਦੇ ਸਨ। ਸਾਹਿਬ ਸਿੱਖੀ ਨਾਲ ਕਿੰਨਾ ਪਿਆਰ ਕਰਦੇ ਸਨ, ਮੈਂ ਇੱਕ ਘਟਨਾ ਤੁਹਾਨੂੰ 1998 ਦੀ ਦੱਸਦਾ ਹਾਂ, ਜਦੋਂ ਬਹੁਜਨ ਸਮਾਜ ਪਾਰਟੀ ਨੇ ਰਲ ਕੇ ਭਾਜਪਾ ਦੇ ਨਾਲ ਸਰਕਾਰ ਬਣਾਈ ਅਤੇ ਦੂਸਰੀ ਵਾਰ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਬਣੀ। ਔਰ ਜਦੋਂ ਉੱਥੇ ਸਰਕਾਰ ਬਣੀ ਤਾਂ ਸਾਹਿਬ ਨੇ
ਇਸ ਗੱਲ ਦਾ ਖੁਲਾਸਾ ਮੰਨੇ ਪ੍ਰਮੰਨੇ ਮੀਡੀਆ ਜਗਤ ਨਾਲ ਸੰਬੰਧਿਤ ਸਿੱਖ ਟੈਂਕ ਸਰਦਾਰ ਗੁਰਬਚਨ ਸਿੰਘ ਜੋ ਇਸ ਵਕਤ ਦੁਨੀਆ 'ਤੇ ਨਹੀਂ ਰਹੇ, 1985 ਤੋਂ ਹੀ ਸਾਹਿਬ ਦੇ ਸਹਿਯੋਗੀ ਰਹੇ ਅਤੇ ਸਾਹਿਬ ਨੂੰ ਸਮੇਂ-ਸਮੇਂ 'ਤੇ ਫੋਲੋ ਕਰਦੇ ਰਹੇ। ਉਹਨਾਂ ਨੇ ਮੈਨੂੰ ਦੱਸਿਆ ਕਿ ਸਾਹਿਬ ਕਹਿੰਦੇ 1998 ਵਿੱਚ ਜਦ ਸਾਡੀ ਸਰਕਾਰ ਬਣੀ ਤਾਂ ਉੱਤਰ ਪ੍ਰਦੇਸ਼ ਦੀ ਧਰਤੀ 'ਤੇ ਨਾਨਕ ਮਾਤਾ ਗੁਰੂ ਘਰ ਜੋ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ, ਵਿਖੇ ਸਾਹਿਬ ਨੇ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਔਰ ਉਸ ਵਿੱਚ ਪੂਰੇ ਉੱਤਰ ਪ੍ਰਦੇਸ਼ ਤੋਂ ਮੰਨੇ ਪ੍ਰਮੰਨੇ ਸਿੱਖਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ। ਔਰ ਗੁਰਬਚਨ ਸਿੰਘ ਨੇ ਦੱਸਿਆ ਕਿ ਸਾਹਿਬ ਕਹਿੰਦੇ ਕਿ ਮੈਂ ਆਪਣੇ ਭਾਸ਼ਣ ਤੋਂ ਪਹਿਲਾਂ ਉਹਨਾਂ ਤਮਾਮ ਸਿੱਖ ਪਰਸਨੈਲਿਟੀਆਂ ਨੂੰ ਪੁੱਛਿਆ ਕਿ ਦੱਸੋ ਤੁਹਾਡੀ ਕੀ ਸੋਚ ਹੈ, ਦੱਸੋ ਤੁਹਾਨੂੰ ਕੀ ਚਾਹੀਦਾ, ਕਿਉਂਕਿ ਸਾਡੀ ਸਰਕਾਰ ਤੁਹਾਡੀ ਸਰਕਾਰ ਹੈ। ਕਿਉਂਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਇਨ ਬਿਨ ਭਾਰਤ ਦੀ ਧਰਤੀ 'ਤੇ ਲਾਗੂ ਕਰਨਾ ਚਾਹੁੰਦਾ ਹਾਂ। ਤੁਹਾਨੂੰ ਕਿਹੜੀ ਸਹੂਲਤ ਚਾਹੀਦੀ ਹੈ, ਤੁਹਾਡੀ ਕੀ ਡਿਮਾਂਡ ਹੈ, ਮੈਂ 1 ਮਿੰਟ ਵਿੱਚ ਪੂਰੀ ਕਰੂੰਗਾ, ਕਿਉਂਕਿ ਇਸ ਵਕਤ ਤੁਹਾਡੀ ਸਾਡੀ ਸਰਕਾਰ ਹੈ। ਤਾਂ ਕਿਸੇ ਨੇ ਕਿਹਾ ਕਿ ਗੁਰੂ ਘਰ ਨੂੰ ਜਾਂਦੀ ਸੜਕ ਪੱਕੀ ਬਣਾ ਦਿਓ, ਤਾਂ ਕਿਸੇ ਨੇ ਕੋਈ ਡਿਮਾਂਡ ਰੱਖੀ, ਤਾਂ ਕਿਸੇ ਨੇ ਕੋਈ ਸਹੂਲਤ ਰੱਖੀ। ਪਰ ਸਾਹਿਬ ਕਹਿੰਦੇ ਜਦ ਮੈਂ ਬੋਲਿਆ ਤਾਂ ਮੈਂ ਕਿਹਾ ਕਿ ਤੁਹਾਨੂੰ ਇਹਨਾਂ ਕਿਸੇ ਵੀ ਸਹੂਲਤਾਂ ਦੀ ਜ਼ਰੂਰਤ ਨਹੀਂ, ਪਰ ਮੈਂ ਚਾਹੁੰਦਾ ਹਾਂ ਕਿ ਉੱਤਰ ਪ੍ਰਦੇਸ਼ ਦੀ ਧਰਤੀ 'ਤੇ ਇੱਕ ਪੰਜਾਬੀ ਅਕੈਡਮੀ ਖੋਲ੍ਹੀ ਜਾਵੇ, ਜਿਸ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੁੜ ਸਕਣ ਔਰ ਮਾਂ ਬੋਲੀ ਨਾਲ ਜੁੜ ਸਕਣ ਔਰ ਮਾਂ ਬੋਲੀ ਦੇ ਥਰੂ ਸਿੱਖੀ ਨਾਲ ਜੁੜ ਸਕਣ। ਤੁਹਾਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ। ਔਰ ਮੰਚ 'ਤੇ ਬੈਠੇ ਸਾਰੇ ਸਿੱਖ ਮੰਨੇ ਪ੍ਰਮੰਨੇ ਜਿੰਨੇ ਵੀ ਨੇਤਾ ਸੀ ਉਹ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਅਤੇ ਕਹਿਣ ਲੱਗੇ ਸਾਹਿਬ ਜੀ ਇਹ ਤਾਂ ਗੱਲ ਸਾਡੇ ਜ਼ਿਹਨ ਵਿੱਚ ਆਈ ਹੀ ਨਹੀਂ। ਤਾਂ ਸਾਹਿਬ ਨੇ ਉਸੇ ਵੇਲੇ ਟੈਲੀਫੋਨ 'ਤੇ ਕੁਮਾਰੀ ਮਾਇਆਵਤੀ ਨੂੰ ਫੋਨ ਕਰਕੇ 5 ਕਰੋੜ ਰੁਪਈਆ ਉਸ ਪੰਜਾਬੀ ਅਕੈਡਮੀ ਲਈ ਮਨਜ਼ੂਰ ਕਰਵਾ ਲਿਆ। ਜਦ 1984 ਵਿੱਚ ਸਿੱਖਾਂ ਦੇ ਘਰ, ਸਿੱਖਾਂ ਦੇ ਗੁਰੂ ਘਰ, ਸਿੱਖੀ ਦੀ ਜਿੰਦ ਜਾਨ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਤਤਕਾਲ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਨੂੰ, ਕਿਉਂਕਿ ਉਹ ਦੋਵੇਂ ਜਾਣੇ ਅਕਸਰ ਹੀ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤਾਂ ਕਰਦੇ ਰਹਿੰਦੇ ਸਨ, ਤਾਂ ਸਾਹਿਬ ਨੇ ਉਸ ਨੂੰ ਚਿਤਾਇਆ ਕਿ ਗਿਆਨੀ ਜੀ ਸਾਨੂੰ ਇੱਕ ਰਾਸ਼ਟਰਪਤੀ ਵਜੋਂ ਨਹੀਂ ਤਾਂ ਘੱਟੋ ਘੱਟ ਸਾਨੂੰ ਰੋਸ ਵਜੋਂ ਇੱਕ ਸਿੱਖ ਵਜੋਂ ਰਾਸ਼ਟਰਪਤੀ ਦਾ ਉਹਦੇ ਤੋਂ ਜ਼ਰੂਰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਇਹ ਮੇਰਾ ਮੰਨਣਾ ਹੈ। ਤਾਂ ਅੱਗੋਂ ਗਿਆਨੀ ਜੈਲ ਸਿੰਘ ਜੀ ਦਾ ਉੱਤਰ ਸੀ ਕਿ ਬਾਬੂ ਜੀ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਤੱਕ ਪਹੁੰਚਾਇਆ ਹੈ ਮੈਂ ਉਹਨਾਂ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਬੋਲ ਸਕਦਾ। ਮੀਡੀਆ ਜਗਤ ਨਾਲ ਸੰਬੰਧਿਤ ਗੁਰਬਚਨ ਸਿੰਘ ਨੇ ਇੱਕ ਖੁਲਾਸਾ ਹੋਰ ਵੀ ਕੀਤਾ ਸੀ ਮੇਰੇ ਕੋਲ ਕਿ ਸਾਹਿਬ ਨੇ ਮੇਰੇ ਸਾਹਮਣੇ ਬੈਠ ਕੇ 1994 ਵਿੱਚ ਅਜੀਤ ਸਿੰਘ ਨੂੰ ਮਨੁੱਖੀ ਅਧਿਕਾਰਾਂ ਦੇ ਅਲੰਬਦਾਰ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੂੰ ਫੋਨ ਕੀਤਾ ਸੀ ਕਿ ਮੈਂ ਤੁਹਾਨੂੰ ਰਾਜ ਸਭਾ ਵਿੱਚ ਭੇਜਣਾ ਚਾਹੁੰਦਾ ਹਾਂ ਉੱਤਰ ਪ੍ਰਦੇਸ਼ ਤੋਂ। ਤਾਂ ਬੈਂਸ ਕਹਿਣ ਲੱਗੇ ਕਿ ਮੈਂ ਉੱਥੇ ਬਾਬੂ ਜੀ ਕੀ ਕਰੂੰਗਾ। ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਤੂੰ ਉੱਥੋਂ ਜੁਗੋ ਜੁਗੋ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀ ਅਤੇ ਤੂੰ ਉੱਥੇ ਸਿੱਖਾਂ 'ਤੇ ਹੋਏ ਹਮਲਿਆਂ ਦੀ ਗੱਲ ਕਰੀ ਅਤੇ ਤੂੰ ਉੱਥੇ ਹੋਏ ਸਿੱਖਾਂ ਨਾਲ ਹੁੰਦੇ ਧੱਕੇ ਨਾਲ ਗੱਲ ਕਰੀ, ਕਿਉਂਕਿ ਮੈਨੂੰ ਪਤਾ
ਇੰਨਾ ਤਸ਼ੱਦਦ ਪਿਛਲੇ ਹਜ਼ਾਰਾਂ ਸਾਲਾਂ ਤੋਂ ਮੁਸਲਮਾਨਾਂ ਨਾਲ, ਭਾਰਤ ਦੀ ਧਰਤੀ 'ਤੇ ਜਾਂ ਈਸਾਈਆਂ ਨਾਲ ਨਹੀਂ ਹੋਇਆ, ਜਿੰਨਾ ਧੱਕਾ ਸਿੱਖਾਂ ਨਾਲ, ਸਿੱਖੀ ਨਾਲ ਪਿਛਲੇ ਕੁਝ ਸਾਲਾਂ ਤੋਂ ਹੋਇਆ। ਪਰ ਉਸ ਤੋਂ ਬਾਅਦ ਪਰਿਸਥਿਤੀਆਂ ਕੁਛ ਚੇਂਜ ਹੋਈਆਂ ਅਤੇ ਫਿਰ ਉੱਤਰ ਪ੍ਰਦੇਸ਼ ਤੋਂ ਜੰਤ ਮਲਹੋਤਰਾ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ। ਦਸੰਬਰ 1996 ਨੂੰ ਜਦ ਸ਼ਕਤੀ ਨਗਰ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨਾਲ ਪ੍ਰਕਾਸ਼ ਸਿੰਘ ਬਾਦਲ ਦੀ, ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਅਤੇ ਜਗਤ ਸਿੰਘ ਸੇਖਵਾਂ ਅਤੇ ਹੋਰ ਕਈ ਸਿੱਖ ਟੈਂਕ ਬੈਠ ਕੇ 1997 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਮਝੌਤਾ ਕਰਨ ਦੀ ਚਾਹਤ ਨਾਲ ਬੈਠੇ ਸਨ। 2 ਘੰਟੇ ਦੇ ਮੰਥਨ ਤੋਂ ਬਾਅਦ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਸਿੱਖ ਲੀਡਰਸ਼ਿਪ ਨੂੰ ਕਿਹਾ ਕਿ ਹੁਣ ਤੁਸੀਂ ਚਲੇ ਜਾਓ, ਮੈਂ ਤੁਹਾਨੂੰ ਸੋਚ ਕੇ ਦੱਸੂੰਗਾ। ਔਰ ਪ੍ਰਕਾਸ਼ ਸਿੰਘ ਬਾਦਲ ਹੁਣ ਦੇ ਜਾਣ ਤੋਂ ਬਾਅਦ ਗੁਰਬਚਨ ਸਿੰਘ ਦੱਸਦੇ ਕਿ ਸਾਹਿਬ ਕਹਿੰਦੇ, ਮੈਂ ਪੰਜਾਬ ਵਿੱਚ ਬਾਦਲ ਨੂੰ ਮਜ਼ਬੂਤ ਹੋਇਆ ਨਹੀਂ ਦੇਖਣਾ ਚਾਹੁੰਦਾ, ਕਿਉਂਕਿ ਪੰਜਾਬ ਵਿੱਚ ਜਿਸ ਦਿਨ ਬਾਦਲ ਮਜ਼ਬੂਤ ਹੋ ਗਿਆ ਉਸ ਦਿਨ ਪੰਥ ਦਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਨਿਰਾਦਰ ਹੋਵੇਗਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਮੈਂ ਬਾਦਲ ਨੂੰ ਪੋਤੜਿਆਂ ਤੋਂ ਵਾਕਫ ਹਾਂ, ਮੈਂ ਬਾਦਲ ਨੂੰ ਪੋਤੜਿਆਂ ਤੋਂ ਜਾਣਦਾ ਹਾਂ। ਇਸ ਦਾ ਸਿੱਖੀ ਨਾਲ ਜਾਂ ਸਿੱਖਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਔਰ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਹੜੀ ਭਵਿੱਖ ਬਾਰੇ ਜਾਂ ਜਿਹੜੀ ਭਵਿੱਖਬਾਣੀ ਤਮਾਮ ਸਿੱਖ ਲੀਡਰਸ਼ਿਪ ਨਹੀਂ ਕਰ ਸਕੀ, ਔਰ ਉਸ ਭਵਿੱਖਬਾਣੀ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦਸੰਬਰ 1996 ਵਿੱਚ ਵੀ ਕਰ ਦਿੱਤਾ ਸੀ। ਅਤੇ ਉਸ ਤੋਂ ਬਾਅਦ ਪਾਠਕ ਜਾਣਦੇ ਹੀ ਹਨ ਕਿ ਜਦੋਂ ਵੀ ਬਾਦਲ ਸੱਤਾ ਵਿੱਚ ਰਿਹਾ, ਪੰਥ ਦਾ ਅਤੇ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ। ਇਹ ਵੀ ਇੱਕ ਵੱਖਰਾ ਤੱਥ ਹੈ। ਇੱਕ ਵਾਕਿਆ ਮੈਂ ਤੁਹਾਨੂੰ ਇੱਥੇ 1991 ਦਾ ਦੁਹਰਾਉਣ ਲੱਗਾ ਹਾਂ। ਜਦੋਂ ਕੇਂਦਰ ਵਿੱਚ BP ਸਿੰਘ ਦੀ ਸਰਕਾਰ ਚੱਲ ਰਹੀ ਸੀ ਤਾਂ ਉਸ ਸਰਕਾਰ ਦੇ ਖਿਲਾਫ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਰਹਿਨੁਮਾਈ ਹੇਠ ਦਿੱਲੀ ਵਿਖੇ ਵੋਟ ਕਲੱਬ 'ਤੇ 45 ਦਿਨਾਂ ਧਰਨਾ ਦਿੱਤਾ ਗਿਆ। ਮੰਡਲ ਕੀ ਫੀਮ ਰਿਪੋਰਟ ਲਾਗੂ ਕਰੋ, ਵਰਨਾ ਕੁਰਸੀ ਖਾਲੀ ਕਰੋ। ਔਰ ਇਸ 45 ਦਿਨਾਂ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਸ਼ਾਮ ਨੂੰ ਭਾਸ਼ਣ ਹੁੰਦੇ ਸੀ ਅਤੇ ਇੱਕ ਦਿਨ ਸ਼ਾਮ ਨੂੰ ਪੰਜਾਬ ਵਿਰੋਧੀ ਧਿਰ ਦਾ ਨੇਤਾ ਸਤਨਾਮ ਸਿੰਘ ਕੈਂਥ ਜਦ ਬੋਲ ਕੇ ਹਟਿਆ ਤਾਂ ਸਾਹਿਬ ਨੇ ਨਾਲ ਬੈਠੇ ਸਾਥੀਆਂ ਨੂੰ ਕਟਾਖਸ਼ ਕਰਦਿਆਂ ਕਿਹਾ ਕਿ ਮੈਨੂੰ ਅੱਜ ਪਤਾ ਲੱਗਿਆ ਕਿ 1999 ਵਿੱਚ ਸਰਦਾਰ ਸਤਨਾਮ ਸਿੰਘ ਕੈਂਥ ਕਿਉਂ ਹਾਰਿਆ ਅਤੇ ਹਰਭਜਨ ਲਾਖਾ ਫਲੌਰ ਤੋਂ ਕਿਉਂ ਜਿੱਤਿਆ ਸੀ। ਸਾਹਿਬ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਕੈਂਥ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟਰਾਂ ਵਿੱਚ ਜਾਂ ਲੋਕਾਂ ਵਿੱਚ ਜਾ ਕੇ ਜਾਪਾਨ ਦੀਆਂ ਉਦਾਹਰਨਾਂ ਦਿੰਦਾ ਰਿਹਾ, ਅਤੇ ਜਦ ਕਿ ਹਰਭਜਨ ਲਾਖਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਉਦਾਹਰਨਾਂ ਦਿੰਦਾ ਰਿਹਾ, ਤੋਂ ਜਿਸ ਕਰਕੇ ਸਿੱਖ ਵੋਟਰ ਔਰ ਖ਼ਾਸ ਕਰਕੇ ਜੱਟ ਵੋਟਰ ਵੀ ਹਰਭਜਨ ਲਾਖੇ ਨੂੰ ਵੋਟਾਂ ਪਾ ਗਿਆ ਅਤੇ ਉਹ ਫਲੌਰ ਤੋਂ ਬਸਪਾ ਦਾ ਪਹਿਲਾ ਮੈਂਬਰ ਪਾਰਲੀਮੈਂਟ ਬਣ ਗਿਆ। ਫਰਵਰੀ 1997 ਵਿੱਚ ਜਦ ਪੰਜਾਬ ਵਿੱਚ ਚੋਣਾਂ ਹੋਈਆਂ ਤਾਂ ਪ੍ਰਕਾਸ਼ ਸਿੰਘ ਬਾਦਲ 2 ਜਗ੍ਹਾ ਤੋਂ ਚੋਣ ਜਿੱਤ ਗਿਆ, ਪਰ ਉਸ ਨੂੰ ਕਿਲ੍ਹਾ ਰੈਪਰ ਦੀ ਸੀਟ ਛੱਡਣੀ ਪਈ, ਜਿਸ ਕਰਕੇ ਉੱਥੇ ਉਪ ਚੋਣ ਹੋਈ। ਇਸ ਉਪ ਚੋਣ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਿਸ਼ੇਸ਼ ਤੌਰ 'ਤੇ ਬਸਪਾ ਦੇ ਉਮੀਦਵਾਰ ਪ੍ਰਕਾਸ਼ ਸਿੰਘ ਜੁਡਾਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸਿਆੜਾ ਪਿੰਡ ਵਿੱਚ ਪਹੁੰਚੇ। ਸਿਆੜਾ ਪਿੰਡ ਵਿੱਚ ਸ਼ਾਮ ਦੇ ਵਕਤ ਪਹੁੰਚ ਕੇ ਉਹਨਾਂ ਨੇ ਮੰਚ 'ਤੇ 2 ਸ਼ਰਾਬ ਦੀਆਂ ਬੋਤਲਾਂ ਮੰਗਵਾਈਆਂ
ਤੇ ਬੋਤਲਾਂ ਨੂੰ ਇਹ ਕਹਿ ਕੇ ਤੋੜ ਦਿੱਤਾ ਕਿ ਗੁਰੂਆਂ ਪੀਰਾਂ ਦੀ ਧਰਤੀ 'ਤੇ ਅੰਮ੍ਰਿਤ ਛਕਾਉਣ ਵਾਲਿਓ, ਮੇਰੇ ਬਹੁਜਨ ਸਮਾਜ ਦੇ ਲੋਕਾਂ ਨੂੰ ਸ਼ਰਾਬਾਂ ਪਿਲਾਉਣੀਆਂ ਬੰਦ ਕਰੋ। ਜਦ ਕੇਂਦਰ ਵਿੱਚ ਟੁੱਟੀਆਂ ਭੱਜੀਆਂ ਸਰਕਾਰਾਂ ਦਾ ਦੌਰ ਸ਼ੁਰੂ ਹੋਇਆ ਤੇ ਦੇਵੇ ਗੌੜਾ ਮੁੱਖ ਮੰਤਰੀ ਬਣਿਆ, ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਪਿਰਥੀ ਪ੍ਰਭੂੰਗਾ ਸਾਹਿਬ ਆਪਣੇ ਇੱਕ ਸਾਥੀ ਨੂੰ ਕੋਲ ਬੁਲਾ ਕੇ ਕਿਹਾ ਕਿ ਦੇਵੇ ਗੌੜਾ ਮੇਰਾ ਬਹੁਤ ਸਤਿਕਾਰ ਕਰਦਾ ਹੈ ਔਰ ਮੇਰਾ ਬਹੁਤ ਅੱਛਾ ਦੋਸਤ ਹੈ, ਅਤੇ ਤੂੰ ਮੈਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਚਾਇਤਾਂ ਕੋਲੋਂ ਮਤਾ ਪਵਾ ਕੇ ਦੇ ਕਿ ਕੋਈ ਫੈਕਟਰੀ ਲਾਈ ਜਾਵੇ। ਮੈਂ ਦੇਵੇ ਗੌੜਾ ਤੋਂ 600-700 ਕਰੋੜ ਰੁਪਈਆ ਦਵਾ ਸਕਦਾ ਹਾਂ, ਕਿਉਂਕਿ ਮੈਂ ਖਾਲਸੇ ਦੀ ਜਨਮ ਭੂਮੀ ਨੂੰ ਬਹੁਤ ਪਿਆਰ ਕਰਦਾ ਹਾਂ, ਕਿਉਂਕਿ ਮੇਰਾ ਜਨਮ ਵੀ ਇਸੇ ਧਰਤੀ 'ਤੇ ਹੋਇਆ ਹੈ। ਅਤੇ ਉਸ ਸਾਥੀ ਨੇ ਦੱਸਿਆ ਕਿ ਮੈਂ ਬਹੁਤ ਸਾਰੀਆਂ ਪੰਚਾਇਤਾਂ ਨੂੰ ਮਿਲਿਆ, ਪਰ ਕਿਸੇ ਨੇ ਵੀ ਕੋਈ ਹਾਮੀ ਨਾ ਭਰੀ, ਜਾਂ ਕਿਸੇ ਪੰਚਾਇਤ ਨੇ ਕਹਤਾ ਇਹ ਕੰਮ ਤੁਸੀਂ ਆਪੇ ਕਰ ਲਓ। ਕਰਦੇ ਕਰਾਉਂਦੇ 4.5 ਮਹੀਨੇ ਬਾਅਦ ਦੇਵੇ ਗੌੜਾ ਦੀ ਸਰਕਾਰ ਗਿਰ ਗਈ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਉਹ ਖਾਬ ਵੀ ਅਧੂਰਾ ਰਹਿ ਗਿਆ। ਇਹ ਸਨ ਕੁਛ ਉਦਾਹਰਨਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀਆਂ ਸਿੱਖੀ ਨੂੰ ਪਿਆਰ ਕਰਨ ਵਾਲੀਆਂ। ਅਗਲੀ ਵਾਰੀ ਮੈਂ ਕੋਈ ਹੋਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਖੁਲਾਸਿਆਂ ਭਰਾ ਕਿੱਸਾ ਲੈ ਕੇ ਪਾਠਕਾਂ ਦੇ ਰੂਬਰੂ ਹੋਵਾਂਗਾ। ਉਨੀ ਦੇਰ ਲਈ ਮੈਨੂੰ ਜਾਣੀ ਕਿ ਪੰਮੀ ਲਾਲੋ ਮਿਆਰੇ ਨੂੰ ਇਜਾਜ਼ਤ ਦਿਓ।